हाँ जी, स्वागत है जी तुहाडा सारिਆਂ ਦਾ ਸਾਡੇ YouTube ਚੈਨਲ एग्जाम स्टडी विद जॉब अलर्ट ਤੇ ਮਾਸਟਰ ਕੇਡਰ ਮਾਡਰਨ ਹਿਸਟਰੀ ਭਾਰਤ ਦੇ ਵਾਇਸਰਾਏ ਟੌਪਿਕ ਚੱਲ ਰਿਹਾ ਹੈ ਭਾਗ 11। ਅਗਲੇ ਜੋ ਵਾਇਸਰਾਏ ਹੋਏ ਸੀਗੇ ਉਹ ਲੈ ਕੇ ਆਏ ਹਾਂ। ਸਟਾਰਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਹੈ ਜਿਹੜੀ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ। 1910 ਤੋਂ 1916 ਲਾਰਡ ਹਾਰਡਿੰਗ ਦੂਜਾ ਪਹਿਲਾ ਪੁਆਇੰਟ ਸੀ ਇਹਦਾ। ਇਹਦੇ ਸਮੇਂ ਸੀ ਜਿਹੜਾ ਬ੍ਰਿਟੇਨ ਦਾ ਰਾਜਾ ਜਾਰਜ ਪੰਜਵਾਂ ਆਇਆ ਸੀਗਾ। 12 ਦਸੰਬਰ 1911 ਨੂੰ ਦਿੱਲੀ ਦਰਬਾਰ ਆਯੋਜਿਤ ਕੀਤਾ। ਇਸ ਵਿੱਚ ਬੰਗਾਲ ਵਿਭਾਜਨ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ ਗਈ ਸੀ। ਭਾਰਤ ਦੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਹੈ ਜਿਹੜੀ ਉਹ ਸਥਾਨਾਂਤਰਨ ਦੀ ਘੋਸ਼ਣਾ ਵੀ ਹੈ ਜੋ ਇਹਦੇ ਵਿੱਚ ਕੀਤੀ ਗਈ ਸੀਗੀ, ਜੋ ਦਿੱਲੀ ਦਾ ਦਰਬਾਰ ਆਯੋਜਿਤ ਕੀਤਾ ਗਿਆ ਸੀਗਾ। ਦੂਸਰਾ ਪੁਆਇੰਟ ਹੈ 1912 ਵਿੱਚ ਦਿੱਲੀ ਸੀ ਜਿਹੜੀ ਉਹ ਭਾਰਤ ਦੀ ਰਾਜਧਾਨੀ ਬਣੀ ਸੀ। ਤੀਸਰਾ ਪੁਆਇੰਟ ਹੈ 23 ਦਸੰਬਰ 1912 ਨੂੰ ਲਾਰਡ ਹਾਰਡਿੰਗ ਉੱਤੇ ਜਿਹੜਾ ਦਿੱਲੀ ਵਿੱਚ ਬੰਬ ਸੁੱਟਿਆ ਗਿਆ। ਇਸ ਕਾਂਡ ਵਿੱਚ ਭਾਈ ਬਾਲ ਮੁਕੰਦ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਚੌਥਾ ਪੁਆਇੰਟ ਹੈ 1916 ਦੇ ਵਿੱਚ ਹਾਰਡਿੰਗ ਨੂੰ ਬਨਾਰਸ ਹਿੰਦੂ ਵਿਸ਼ਵ ਵਿਦਿਆਲਿਆ ਦਾ ਕੁਲਪਤੀ ਨਿਯੁਕਤ ਕੀਤਾ ਗਿਆ ਸੀ। ਚੌਥਾ ਪੁਆਇੰਟ ਹੈ 1916 ਦੇ ਵਿੱਚ ਹਾਰਡਿੰਗ ਨੂੰ ਬਨਾਰਸ ਹਿੰਦੂ ਵਿਸ਼ਵ ਵਿਦਿਆਲਿਆ ਦਾ ਕੁਲਪਤੀ ਨਿਯੁਕਤ ਕੀਤਾ ਗਿਆ ਸੀ। ਪੰਜਵਾਂ 28 ਜੁਲਾਈ 1914 ਈਸਵੀ ਨੂੰ ਪਹਿਲਾ ਵਿਸ਼ਵ ਯੁੱਧ ਹੈ ਜਿਹੜਾ ਉਹ ਸਟਾਰਟ ਹੋਇਆ ਸੀਗਾ। ਤਾਂ ਇਹਦੇ ਕਾਰਜਕਾਲ ਦੌਰਾਨ ਅਸੀਂ ਕਹਿ ਸਕਦੇ ਹਾਂ ਉਦੋਂ ਲਾਰਡ ਹਾਰਡਿੰਗ ਦੂਜਾ ਸੀ। ਇਹਦੀ ਟਾਈਮਿੰਗ 1910 ਤੋਂ 1916 ਸੀਗੀ। ਅਗਲਾ ਆਉਂਦਾ ਹੈਗਾ ਲਾਰਡ ਚੈਮਸਫੋਰਡ 1916 ਤੋਂ 1921। ਪਹਿਲਾ ਪੁਆਇੰਟ ਇਹਦਾ ਕਾਂਗਰਸ ਦੇ ਲਖਨਊ ਅਧਿਵੇਸ਼ਨ 1916 ਵਿੱਚ ਕਾਂਗਰਸ ਦਾ ਏਕੀਕਰਨ ਹੋਇਆ ਅਤੇ ਮੁਸਲਿਮ ਲੀਗ ਨਾਲ ਸਮਝੌਤਾ ਹੋਇਆ ਸੀਗਾ। ਤਾਂ ਇਹ ਹੋਇਆ ਸੀ ਲਾਰਡ ਚੈਮਸਫੋਰਡ ਦੇ ਸਮੇਂ, ਤੁਸੀਂ ਯਾਦ ਰੱਖਣਾ। 1916 ਦੇ ਵਿੱਚ ਪੂਨਾ ਮਹਿਲਾ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਹੋਈ। ਰੋਲਟ ਐਕਟ 1919 ਜਿਹਨੂੰ ਕਾਲਾ ਕਾਨੂੰਨ ਕਿਹਾ ਜਾਂਦਾ ਹੈ, ਇਸ ਸਮੇਂ ਹੋਇਆ ਸੀਗਾ। 13 ਅਪ੍ਰੈਲ 1919 ਈਸਵੀ ਨੂੰ ਜਲਿਆਂਵਾਲਾ ਬਾਗ ਹੱਤਿਆਕਾਂਡ ਹੋਇਆ। ਪੰਜਵਾਂ ਪੁਆਇੰਟ ਹੈ ਖਿਲਾਫਤ ਅੰਦੋਲਨ ਅਤੇ ਗਾਂਧੀ ਜੀ ਦਾ ਅਸਹਿਯੋਗ ਅੰਦੋਲਨ ਇਹਦੇ ਸਮੇਂ ਹੈ ਜੋ ਸਟਾਰਟ ਹੋਏ ਸੀਗੇ। ਤੀਸਰਾ ਅਫਗਾਨ ਯੁੱਧ ਵੀ ਇਹਦੇ ਸਮੇਂ ਹੋਇਆ ਸੀ, ਯਾਨੀ ਕਿ ਲਾਰਡ ਚੈਮਸਫੋਰਡ ਦੇ ਸਮੇਂ। ਅਗਲਾ ਆਉਂਦਾ ਲਾਰਡ ਰੀਡਿੰਗ 1921 ਤੋਂ 1926, ਸ਼ਾਇਦ ਇੱਥੇ ਹਾਰਡਿੰਗ ਹੋਏਗਾ। ਤਾਂ ਇਹਦਾ ਪਹਿਲਾ ਪੁਆਇੰਟ ਹੈ 5 ਫਰਵਰੀ 1922 ਨੂੰ ਚੋਰਾ ਚੋਰੀ ਦੀ ਘਟਨਾ ਤੋਂ ਬਾਅਦ ਮਹਾਤਮਾ ਗਾਂਧੀ ਨੇ ਜੋ ਆਪਣਾ ਅਸਹਿਯੋਗ ਅੰਦੋਲਨ ਵਾਪਸ ਕਰ ਲਿਆ ਸੀ। ਇਹ ਘਟਨਾ ਸੀ ਜਿਹੜੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਹੋਈ ਸੀ। 1923 ਵਿੱਚ ਚਿਤਰੰਜਨ ਦਾਸ ਅਤੇ ਮੋਤੀ ਲਾਲ ਨਹਿਰੂ ਨੇ ਇਲਾਹਾਬਾਦ ਵਿੱਚ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਚੌਥਾ ਪੁਆਇੰਟ ਹੈ ਇਸ ਸਮੇਂ ਪ੍ਰਿੰਸ ਆਫ ਵੇਲਸ ਨਵੰਬਰ 1921 ਈਸਵੀ ਨੂੰ ਭਾਰਤ ਦੀ ਯਾਤਰਾ ਲਈ ਆਇਆ ਸੀਗਾ। 1921 ਵਿੱਚ ਮੋਪਲਾ ਵਿਦਰੋਹ ਹੋਇਆ। 6ਵਾਂ 1921 ਦੇ ਵਿੱਚ MN ਰਾਓ ਨੇ ਕਮਿਊਨਿਸਟ ਪਾਰਟੀ ਦਾ ਗਠਨ ਕੀਤਾ ਸੀਗਾ। 7ਵਾਂ ਪੁਆਇੰਟ ਹੈ ਭਾਰਤ ਵਿੱਚ 1922 ਤੋਂ ਇਲਾਹਾਬਾਦ ਵਿੱਚ ਸਿਵਲ ਸੇਵਾਵਾਂ ਦੀ ਪ੍ਰੀਖਿਆਵਾਂ ਜਿਹੜੀ ਇਹ ਸਟਾਰਟ ਹੋਈਆਂ ਸੀਗੀਆਂ, ਸਿਵਲ ਸੇਵਾਵਾਂ ਦੀ ਪ੍ਰੀਖਿਆ। ਤਾਂ ਇਹ ਸਾਰਾ ਕੁਝ ਹੈ ਜੋ ਲਾਰਡ ਹਾਰਡਿੰਗ ਦੇ ਸਮੇਂ ਹੋਇਆ ਸੀਗਾ। ਅੱਗੇ ਆਉਂਦਾ ਹੈਗਾ ਲਾਰਡ ਇਰਵਿਨ 1926 ਤੋਂ 1931। ਇਹਦਾ ਪਹਿਲਾ ਪੁਆਇੰਟ ਹੈ 3 ਫਰਵਰੀ 1928 ਨੂੰ ਸਾਈਮਨ ਕਮਿਸ਼ਨ ਹੈ ਜਿਹੜਾ ਬੰਬਈ ਪਹੁੰਚਦਾ ਹੈਗਾ। ਲਾਲਾ ਲਾਜਪਤ ਰਾਏ ਦੀ ਮੌਤ ਹੈ ਜਿਹੜੀ ਉਹ ਸਾਈਮਨ ਕਮਿਸ਼ਨ ਦੇ ਵਿਰੋਧ ਸਮੇਂ ਹੋਈ ਸੀ। ਤੀਸਰਾ ਪੁਆਇੰਟ ਹੈ ਲਾਲਾ ਲਾਜਪਤ ਰਾਏ ਦੀ ਮੌਤ ਦੇ ਬਦਲੇ ਵਿੱਚ ਭਾਰਤੀਆਂ ਨੇ ਦਿੱਲੀ ਦੇ ਅਸੈਂਬਲੀ ਹਾਲ ਵਿੱਚ 1929 ਈਸਵੀ ਨੂੰ ਬੰਬ ਸੁੱਟਿਆ ਸੀ। ਚੌਥਾ ਪੁਆਇੰਟ ਹੈ ਇਸ ਸਮੇਂ ਲਾਹੌਰ ਜੇਲ੍ਹ ਵਿੱਚ ਜਤਿਨ ਦਾਸ ਨੇ 13 ਜੁਲਾਈ 1929 ਈਸਵੀ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਅਤੇ ਭੁੱਖ ਹੜਤਾਲ ਦੇ 64ਵੇਂ ਦਿਨ 13 ਸਤੰਬਰ 1924 ਨੂੰ ਜਤਿਨ ਦਾਸ ਦੀ ਮੌਤ ਹੋ ਗਈ ਸੀ। ਪੰਜਵਾਂ ਪੁਆਇੰਟ ਹੈ 1929 ਵਿੱਚ ਕਾਂਗਰਸ ਦੇ ਲਾਹੌਰ ਅਧਿਵੇਸ਼ਨ ਵਿੱਚ ਪੂਰਨ ਸਵਰਾਜ ਦੀ ਮੰਗ ਕੀਤੀ ਗਈ
ਅਤੇ 26 ਜਨਵਰੀ 1930 ਨੂੰ ਸੁਤੰਤਰਤਾ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ ਗਈ ਸੀ। 6ਵਾਂ ਪੁਆਇੰਟ ਸੀ ਪਹਿਲੀ ਗੋਲਮੇਜ਼ ਕਾਨਫਰੰਸ 12 ਨਵੰਬਰ 1930 ਵਿੱਚ ਹੋਈ ਸੀ, ਜਿਹਦੇ ਵਿੱਚ ਕਾਂਗਰਸ ਨੇ ਭਾਗ ਨਹੀਂ ਲਿਆ ਸੀ। 7ਵਾਂ ਪੁਆਇੰਟ ਹੈ 4 ਮਾਰਚ 1931 ਨੂੰ ਗਾਂਧੀ ਇਰਵਿਨ ਸਮਝੌਤੇ ਉੱਤੇ ਜਿਹੜਾ ਹਸਤਾਖਰ ਕੀਤੇ ਗਏ ਸੀਗੇ। ਅਗਲਾ ਆਉਂਦਾ ਹੈਗਾ ਲਾਰਡ ਵੈਲਿੰਗਟਨ 1931 ਤੋਂ 1936। ਇਹਦੇ ਵਿੱਚ ਹੈ ਦੂਜੀ ਗੋਲ ਕਾਨਫਰੰਸ ਹੁੰਦੀ ਹੈ ਜੀ ਗੋਲਮੇਜ਼। ਤਾਂ ਲੰਡਨ ਵਿੱਚ ਹੈ ਜੋ 7 ਸਤੰਬਰ ਤੋਂ 1 ਦਸੰਬਰ 1931 ਤੱਕ ਦੂਜੀ ਗੋਲਮੇਜ਼ ਕਾਨਫਰੰਸ ਚੱਲੀ। ਇਸ ਵਿੱਚ ਕਾਂਗਰਸ ਵੱਲੋਂ ਗਾਂਧੀ ਨੇ ਭਾਗ ਲਿਆ ਸੀ। ਦੂਸਰੇ ਨੰਬਰ 'ਤੇ ਆਉਂਦਾ ਪੂਨਾ ਸਮਝੌਤਾ 24 ਸਤੰਬਰ 1932 ਨੂੰ ਹੋਇਆ ਸੀਗਾ। ਫਿਰ ਤੀਸਰੀ ਗੋਲਮੇਜ਼ ਕਾਨਫਰੰਸ 17 ਨਵੰਬਰ ਤੋਂ 24 ਦਸੰਬਰ 1932 ਅਤੇ ਲੰਡਨ ਦੀ ਤੀਜੀ ਗੋਲਮੇਜ਼ ਕਾਨਫਰੰਸ ਹੋਈ ਸੀ। ਇਹਦੇ ਵਿੱਚ ਹੈ ਜੋ ਕਾਂਗਰਸ ਨੇ ਭਾਗ ਨਹੀਂ ਲਿਆ ਸੀ। ਚੌਥਾ ਪੁਆਇੰਟ ਹੈ BR ਅੰਬੇਦਕਰ ਨੇ ਤਿੰਨਾਂ ਗੋਲਮੇਜ਼ ਕਾਨਫਰੰਸਾਂ ਵਿੱਚ ਭਾਗ ਲਿਆ ਸੀ। ਇਸ 'ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਉਹ ਕਿਹੜਾ ਵਿਅਕਤੀ ਸੀ ਜਿਹਨੇ ਤਿੰਨਾਂ ਗੋਲਮੇਜ਼ ਕਾਨਫਰੰਸਾਂ ਹੋਈਆਂ ਜਿਹੜੀਆਂ ਇਹਦੇ ਵਿੱਚ ਭਾਗ ਲਿਆ ਸੀ। ਤਾਂ ਉਹ ਸੀ ਡਾਕਟਰ BR ਅੰਬੇਦਕਰ। 5ਵਾਂ ਪੁਆਇੰਟ ਹੈ ਭਾਰਤ ਸਰਕਾਰ ਅਧਿਨਿਯਮ 1935 ਇਸ ਸਮੇਂ ਜੋ ਪਾਸ ਹੋਇਆ ਸੀਗਾ। 6ਵਾਂ ਪੁਆਇੰਟ ਹੈ ਲਾਰਡ ਵੈਲਿੰਗਟਨ ਨੇ ਕਾਂਗਰਸ ਦੇ ਬੰਬਈ ਅਧਿਵੇਸ਼ਨ 1951 ਦੇ ਵਿੱਚ ਹਿੱਸਾ ਲਿਆ ਸੀ। ਅਗਲਾ ਆਉਂਦਾ ਗਾ ਲਾਰਡ ਲਿਨਲਿਥਗੋ 1936 ਤੋਂ 1943। 1 ਸਤੰਬਰ 1939 ਨੂੰ ਦੂਜਾ ਵਿਸ਼ਵ ਯੁੱਧ ਜਿਹੜਾ ਸ਼ੁਰੂ ਹੋਇਆ ਸੀਗਾ। ਦੂਸਰਾ ਪੁਆਇੰਟ ਹੈ 1 ਮਈ 1939 ਈਸਵੀ ਨੂੰ ਸੁਭਾਸ਼ ਚੰਦਰ ਬੋਸ ਨੇ ਫਾਰਵਰਡ ਬਲਾਕ ਨਾਮ ਦੀ ਇੱਕ ਨਵੀਂ ਪਾਰਟੀ ਬਣਾਈ ਸੀ। ਉਹ ਵੀ ਇਹਦੇ ਸਮੇਂ ਹੈ ਜੋ ਬਣਾਈ ਗਈ ਸੀ। 1940 ਦੇ ਵਿੱਚ ਮੁਸਲਿਮ ਲੀਗ ਦੇ ਲਾਹੌਰ ਅਧਿਵੇਸ਼ਨ ਵਿੱਚ ਪਹਿਲੀ ਵਾਰ ਪਾਕਿਸਤਾਨ ਦੀ ਮੰਗ ਕੀਤੀ ਗਈ ਸੀ। ਤਾਂ ਲਾਹੌਰ ਅਧਿਵੇਸ਼ਨ ਵਿੱਚ ਹੈ ਜੋ ਪਾਕਿਸਤਾਨ ਦੀ ਮੰਗ ਕੀਤੀ ਗਈ ਸੀ 1940 ਦੇ ਵਿੱਚ। ਚੌਥਾ ਪੁਆਇੰਟ ਹੈ 8 ਅਗਸਤ 1940 ਨੂੰ ਅਗਸਤ ਪ੍ਰਸਤਾਵ ਅੰਗਰੇਜ਼ਾਂ ਦੁਆਰਾ ਲਿਆਂਦਾ ਗਿਆ ਸੀ। 5ਵਾਂ ਪੁਆਇੰਟ ਹੈ 1942 ਨੂੰ ਕ੍ਰਿਪਸ ਮਿਸ਼ਨ ਭਾਰਤ ਆਇਆ ਸੀ। 1943 ਨੂੰ ਬੰਗਾਲ ਵਿੱਚ ਹੈ ਜੋ ਅਕਾਲ ਵੀ ਪਿਆ ਸੀਗਾ, ਉਹ ਵੀ ਇਸੇ ਸਮੇਂ ਸੀਗਾ। 9 ਅਗਸਤ 1942 ਨੂੰ ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਹੈ ਜਿਹੜਾ ਉਹ ਸਟਾਰਟ ਕੀਤਾ ਸੀ। ਅੱਗੇ ਆਉਂਦਾ ਲਾਰਡ ਵੇਵਲ 1945 ਦੇ ਵਿੱਚ ਸਿਮਲਾ ਸਮਝੌਤਾ ਹੋਇਆ ਸੀ। ਕੈਬਨਿਟ ਮਿਸ਼ਨ 1946 ਵਿੱਚ ਭਾਰਤ ਆਇਆ। ਇਹਦੇ ਮੈਂਬਰ ਸੀਗੇ ਸਟੇਵੋਰਡ ਕ੍ਰਿਪਸ, ਪੈਥਕ ਲਾਰੈਂਸ ਅਤੇ AB ਅਲੈਗਜ਼ੈਂਡਰ। ਤੀਸਰਾ ਪੁਆਇੰਟ ਹੈ 20 ਫਰਵਰੀ 1947 ਨੂੰ ਪ੍ਰਧਾਨ ਮੰਤਰੀ ਲਾਰਡ ਕਲੀਮੈਂਟ ਐਟਲੀ ਨੇ ਇਹ ਘੋਸ਼ਣਾ ਕੀਤੀ ਕਿ ਜੂਨ 1948 ਤੱਕ ਪ੍ਰਭੂਸੱਤਾ ਭਾਰਤੀਆਂ ਨੂੰ ਦੇ ਦਿੱਤੀ ਜਾਵੇਗੀ। ਇਸ ਤੋਂ ਬਾਅਦ ਆਉਂਦਾ ਲਾਰਡ ਮਾਊਂਟਬੈਟਨ ਮਾਰਚ 1947 ਤੋਂ ਜੂਨ 1947 ਤੱਕ। ਇਸ ਸਮੇਂ ਪਹਿਲਾ ਪੁਆਇੰਟ ਕੀ ਸੀਗਾ 3 ਜੂਨ 1947 ਨੂੰ ਮਾਊਂਟਬੈਟਨ ਯੋਜਨਾ ਘੋਸ਼ਿਤ ਕੀਤੀ ਗਈ, ਜਿਹਦੇ ਵਿੱਚ ਆਜ਼ਾਦ ਭਾਰਤ ਦੀ ਰਿਪੋਰਟ ਸੀ। 4 ਜੁਲਾਈ 1947 ਨੂੰ ਬ੍ਰਿਟਿਸ਼ ਸਭਾ ਵਿੱਚ ਐਟਲੀ ਦੁਆਰਾ ਭਾਰਤੀ ਸੁਤੰਤਰਤਾ ਵਿਧਾਇਕ ਪ੍ਰਸਤੁਤ ਕੀਤਾ ਗਿਆ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ। ਸੁਤੰਤਰ ਭਾਰਤ ਦਾ ਪ੍ਰਥਮ ਗਵਰਨਰ ਜਨਰਲ ਮਾਊਂਟਬੈਟਨ ਸੀਗਾ। 5ਵਾਂ ਪੁਆਇੰਟ ਸੀ ਸੁਤੰਤਰ ਭਾਰਤ ਦਾ ਪਹਿਲਾ ਅਤੇ ਆਖਰੀ ਭਾਰਤੀ ਗਵਰਨਰ ਚੱਕਰਵਰਤੀ ਰਾਜਗੋਪਾਲਾਚਾਰੀ ਸੀ। ਇਸ ਤੋਂ ਬਾਅਦ ਆਉਂਦਾ ਹੈਗਾ ਚਾਰਟਰ ਐਕਟ ਕੰਮਾਂ ਸੰਬੰਧੀ ਯੋਜਨਾਵਾਂ। ਕਿਹੜੇ ਈਅਰ ਸੀ 1793, 1813, 1833, 1853, 1858। 1857 ਦੇ ਵਿਦਰੋਹ ਕਾਰਨ ਜੋ ਇਹ ਖਤਮ ਹੋ ਗਿਆ ਸੀਗਾ। ਅੱਗੇ ਆਉਂਦੇ ਆ ਸਮਾਜ ਸੁਧਾਰਕ ਅੰਦੋਲਨ ਬ੍ਰਾਹਮੋ ਸਮਾਜ। ਇਹਦਾ ਸੰਸਥਾਪਕ ਰਾਜਾ ਰਾਮ ਮੋਹਨ ਰਾਏ ਸੀਗਾ। ਸਮਾਂ ਸੀ 20 ਅਗਸਤ 1828 ਕਲਕੱਤਾ 'ਚ। ਉਦੇਸ਼ ਹਿੰਦੂ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਦਾ ਖਾਤਮਾ ਕਰਨਾ। ਸੋ ਵਾਇਸਰਾਏ ਦੇ ਜਿਹੜੇ ਟੌਪਿਕ ਵਿੱਚ ਖਤਮ ਹੋ ਗਏ ਨੇ।
ਤਾਂ ਹੁਣ ਸਮਾਜ ਸੁਧਾਰਕ ਅੰਦੋਲਨ ਤੁਹਾਨੂੰ ਹੈ ਜੋ ਅਗਲੇ ਪਾਰਟ ਵਿੱਚ ਅਸੀਂ ਪ੍ਰੋਵਾਈਡ ਕਰਾਂਗੇ, ਯਾਨੀ ਕਿ 12ਵੇਂ ਭਾਗ ਦੇ ਵਿੱਚ। ਇਸ ਤੋਂ ਪਹਿਲਾਂ ਵਾਲਾ ਭਾਗ ਉੱਪਰ ਚੈਨਲ ਦੇ ਆਈ ਬਟਨ ਵਿੱਚ ਤੁਸੀਂ ਦੇਖ ਸਕਦੇ ਹੋ। ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।